पर वो कमज़ोर होने करके कुछ न कर ना सकिया। ਉਹਦੀ मौत हुई तो इसे परिवार ਦੇ ਵਿੱਚੋਂ राणा विक्रम सिंह ਜਿਹੜਾ ਸੀ ਉਹ ਮੁਖੀ ਬਣਿਆ। ਉਹ ਸਮੰਤਾਂ ਦੇ ਬੜਾ ਪ੍ਰਭਾਵ ਅਧੀਨ ਸੀ ਔਰ ਇਤਿਹਾਸਕ ਸਰੋਤਾਂ ਦੇ ਮੁਤਾਬਕ ਬੜਾ ਕੱਟੜ ਤੇ ਅਯਾਸ਼ ਕਿਸਮ ਦਾ ਆਦਮੀ ਸੀ। ਬ੍ਰਾਹਮਣਵਾਦ ਦੇ ਪੂਰੀ ਤਰ੍ਹਾਂ ਪ੍ਰਭਾਵ ਅਧੀਨ ਸੀ। ਮੀਰਾ ਦੀ ਜਿਹੜੀ ਨਨਾਣ ਸੀ ਉਹਦਾ ਬਾਈ, ਉਸ ਨੇ ਵੀ ਇਸ ਨੂੰ ਬੜੀਆਂ ਯਾਤਨਾਵਾਂ ਦਿੱਤੀਆਂ ਨੇ, ਬਹੁਤ ਜ਼ਿਆਦਾ, ਇੱਥੋਂ ਤੱਕ ਕਿ ਸਭ ਤੋਂ ਵੱਧ ਮੀਰਾ ਬਾਈ ਦੇ ਕਰੈਕਟਰ ਦੇ ਉੱਪਰ, ਉਸਦੇ ਇਖਲਾਕ ਦੇ ਉੱਪਰ ਜਿੰਨੇ ਦੋਸ਼ ਲਗਾਏ ਗਏ ਉਸਦੀ ਨਣਦ ਦੇ ਵੱਲੋਂ ਲਿਖਾਏ ਗਏ। ਇੱਥੋਂ ਤੱਕ ਕਿ ਇੱਕ ਵਾਰੀ ਮੀਰਾ ਬਾਈ ਆਪਣੇ ਕਮਰੇ ਦੇ ਵਿੱਚ ਬੈਠੀ ਸਿਮਰਨ ਕਰ ਰਹੀ ਸੀ ਜਾਂ ਭਗਵਾਨ ਦਾ ਨਾਮ ਉੱਚੀ ਉੱਚੀ ਲੈ ਰਹੀ ਸੀ ਤੇ ਉਸ ਨੇ ਰਾਜੇ ਵਿਕਰਮ ਨੂੰ ਕਿਹਾ ਕਿ ਮੀਰਾ ਬਾਈ ਕਿਸੇ ਗੈਰ ਮਰਦ ਦੇ ਨਾਲ ਕਮਰੇ ਦੇ ਵਿੱਚ ਹੈ। ਉਹਨੇ ਉਸੇ ਵੇਲੇ ਆ ਕੇ ਕਿਰਪਾਨ ਲਈ ਦਰਵਾਜ਼ਾ ਤੋੜਿਆ। ਜਦੋਂ ਜਾ ਕੇ ਵੇਖਿਆ ਤੇ ਉਹ ਸਿਮਰਨ ਦੇ ਵਿੱਚ ਬੈਠੀ ਸੀ ਤੇ ਉਹ ਵਾਪਸ ਸ਼ਰਮਿੰਦਾ ਹੋ ਕੇ ਆ ਗਿਆ। ਕਹਿਣ ਦਾ ਭਾਵ ਕਿ ਉਸਦੇ ਪਰਿਵਾਰ ਦੇ ਵਿੱਚ ਵੀ ਜ਼ਹਿਰ ਦੇਣ ਤੋਂ ਲੈ ਕੇ ਸੱਪ ਲੜਾਉਣ ਤੱਕ ਮੀਰਾ ਬਾਈ ਦੀਆਂ ਕੋਸ਼ਿਸ਼ਾਂ ਜਿਹੜੀਆਂ ਸੀ ਕੀਤੀਆਂ ਗਈਆਂ। ਉਹਨਾਂ ਦੇ ਪਿੱਛੇ ਕਾਰਨ ਇਹੀ ਸੀ ਕਿ ਭਗਤ ਰਵਿਦਾਸ ਦੀ ਵਿਚਾਰਧਾਰਾ ਨੂੰ ਗ੍ਰਹਿਣ ਕਰਨ ਸਦਕਾ ਮੀਰਾ ਬਾਈ ਜਿਹੜੀ ਹੈ ਸਾਡੀਆਂ ਕੁੱਲ ਪਰੰਪਰਾ ਦੀਆਂ ਜਿਹੜੀਆਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਰੋਲ ਰਹੀ ਹੈ। ਸੋ ਹਰ ਕੋਸ਼ਿਸ਼ ਕੀਤੀ ਗਈ। ਜਦੋਂ ਇਹ ਸਾਰੀਆਂ ਕੋਸ਼ਿਸ਼ਾਂ ਸਿਰੇ ਨਹੀਂ ਚੜੀਆਂ, ਫਿਰ ਇੱਕ ਅੰਤਮ ਕੋਸ਼ਿਸ਼ ਸੀ ਕਿ ਰਵਿਦਾਸ ਨੂੰ ਕਿਉਂ ਨਾ ਖਤਮ ਕੀਤਾ ਜਾਵੇ। ਹੁਣ ਇਹ ਤੁਹਾਡੇ ਵਾਸਤੇ ਮੇਰੇ ਖਿਆਲ ਨਾਲ ਮੇਰੇ ਲਈ ਵੀ ਅੱਜ ਇੱਕ ਵੱਖਰੀ ਵਿਸ਼ਾ ਹੈ, ਤੁਹਾਡੇ ਲਈ ਵੀ ਵੱਖਰਾ ਵਿਸ਼ਾ ਹੋਵੇਗਾ, ਕਿਉਂਕਿ ਅਕਸਰ ਇਹੀ ਕਿਹਾ ਜਾਂਦਾ ਸੀ ਕਿ ਜਿੱਥੇ ਚਿਤੌੜ ਛਤਰੀ ਬਣੀ, ਰਵਿਦਾਸ ਛਤਰੀ ਚਿਤੌੜਗੜ੍ਹ ਦੇ ਕਿਲ੍ਹੇ ਦੇ ਵਿੱਚ, ਉੱਥੇ ਰਵਿਦਾਸ ਜੀ ਨੇ ਆਪਣਾ ਅੰਤਮ ਸਮੇਂ ਬਤੀਤ ਕੀਤਾ। ਸਾਲ ਕੁ ਪਹਿਲਾਂ ਦੀ ਗੱਲ ਹੈ, ਮੈਨੂੰ ਭਗਤ ਰਵਿਦਾਸ ਜੀ ਦੇ ਜੀਵਨ ਦੇ ਉੱਪਰ ਕਾਰਜ ਕਰਨ ਦਾ ਮੌਕਾ ਮਿਲਿਆ ਔਰ ਉਹ ਕਾਰਜ ਕਰਦਿਆਂ ਕਰਦਿਆਂ ਇੱਕ ਧਰਮਵੀਰ ਹੁਣਾਂ ਦੀ ਕਿਤਾਬ ਹਿੰਦੀ 'ਚ ਲਿਖੀ ਮੈਨੂੰ ਮਿਲੀ, ਜਿਸ ਦੇ ਅੰਤਲੇ ਸ਼ਬਦ ਸੀ ਕਿ ਇਸ ਤਰ੍ਹਾਂ ਭਗਤ ਰਵਿਦਾਸ ਜੀ ਤੋਂ ਸਤਾਏ ਹੋਏ ਬ੍ਰਾਹਮਣਾਂ ਨੇ ਸਮੰਤਾ ਨੂੰ ਅਕਸਾਇਆ ਤੇ ਅੰਤ ਉਹਨਾਂ ਦੀ ਨਿਰਮਮ ਤਰੀਕੇ ਦੇ ਨਾਲ ਹੱਤਿਆ ਕਰ ਦਿੱਤੀ। ਸੋ ਇਹ ਮੇਰੇ ਸਾਹਮਣੇ ਇੱਕ ਕਲੂ ਸੀ, ਜਾਂ ਕਹਿ ਸਕਦੇ ਹੋ ਕਿ ਇਸ ਦਿਸ਼ਾ ਵੱਲ ਵਧਣ ਦਾ ਇੱਕ ਇਸ਼ਾਰਾ ਸੀ। ਉਸ ਤੋਂ ਬਾਅਦ ਮੈਂ ਖੋਜ ਕਰਨੀ ਸ਼ੁਰੂ ਕੀਤੀ ਹੌਲੀ ਹੌਲੀ, ਤੇ ਉਸ ਤੋਂ ਬਾਅਦ 7 ਕੁ ਲੇਖਕਾਂ ਦੀਆਂ ਕਿਤਾਬਾਂ ਜਿਹੜੀਆਂ ਮੇਰੇ ਮੋਬਾਈਲ ਦੇ ਵਿੱਚ ਮੈਂ ਫੋਟੋ ਵੀ ਖਿੱਚ ਕੇ ਲੈ ਕੇ ਆਇਆ। ਕਈ ਵਾਰੀ ਜਦੋਂ ਨਵੀਂ ਗੱਲ ਕੀਤੀ ਜਾਂਦੀ ਹੈ ਤਾਂ ਸਰੋਤਿਆਂ ਦੇ ਮਨ 'ਚ ਸ਼ੱਕ ਹੁੰਦਾ ਕਿ ਸ਼ਾਇਦ ਆਪਣੇ ਕੋਲੋਂ ਬਣਾ ਕੇ ਕੀਤੀ ਜਾ ਰਹੀ ਹੈ। ਸੋ ਇਹਨਾਂ 7 ਕਿਤਾਬਾਂ ਦੇ ਵਿੱਚ ਇੱਕ ਸਤਨਾਮ ਸਿੰਘ ਦੀ ਲਿਖੀ ਕਿਤਾਬ, ਸਤਨਾਮ ਸਿੰਘ ਨਹੀਂ, ਸਿਹੋਂ ਨੇ, ਦੱਖਣ ਦੇ ਰਹਿਣ ਵਾਲੇ, ਉਹਨਾਂ ਦੀ ਹਿੰਦੀ ਔਰ ਸੰਸਕ੍ਰਿਤ ਦੀ ਕਿਤਾਬ रविदास जी की हत्या का षड्यंत्र। दूसरी धर्मवीर डॉक्टर धर्मवीर की किताब। तीसरी किताब आचार्य गुरप्रसाद जी की। एक शांति स्वरूप बोध की किताब और एक स्वरूप कंवर जी की किताब। इस तो इलावा एक नील कंवर कुलीर की किताब ते 3 किताबां होर ने, जिन्हां तो यह स्पष्ट होया कि भगत रविदास जी नूं साजिश के सदका कतल किया गया। अक्सर तुसी एक तस्वीर कदी हुण तां बहुत घट वेखदे हो, एक तस्वीर तुसी किते वेखी होवेगी कि भगत रविदास जी अपने हत्थ दे नाल ही अपनी छाती नूं चीरदे होए विखाया ते विचों जनेऊ दा धागा कढिया होया। वो तस्वीर एक बहुत वड्डी साजिश का हिस्सा सी। अक्सर तुसी वेखी होवेगी तस्वीर कि जिस दे नाल चमड़ा कट्टिया जांदा आर, उस आर दे नाल भगत रविदास जी ने अपनी छाती नूं चीरिया होया ते विचों जनेऊ कढ के विखा रहे हैं। ये एक बहुत वड्डी साजिश सी ये तस्वीर, क्योंकि ब्राह्मणवाद ने हमेशा ही ये भगत रविदास जी के जीवन के बारे सानू कथा कहानियां च दस्या कि उन्होंने अपनी इच्छा के नाल अपने जीवन को समाप्त किया। पर जदों मैं इन्हां 5-6 किताबां नूं पढ़िया तो पता लगा कि भगत रविदास नूं किस जालिमाना तरीके दे नाल कतल किया गया। उन्हां दे उपर पहला हमला किस वेले किया गया, माफ़ करना, एक बड़ी ट्रैजडी है। वो ट्रैजडी ये है कि भगत रविदास, कबीर साहब, नामदेव जी, ये रूहानी मार्ग दे वो पांदी होए ने जिन्हां ने बुत परस्ती का डट के खंडन किया ते अज इन्हां नूं मनण वाले वीर इन्हां दे बुत बना के इन्हां दी पूजा कर रहे हैं। ये साडे सामने बड़ी ट्रैजडी की गल है, जिसनूं असीं कह सकते हैं कि जो ख्याल से महरूम है, जो जिन्हां दे कोल ख्याल भी नहीं है कि उन्हां दी विचारधारा किवें दी होएगी, जो ख्याल से महरूम है वो एहसास की बात करते हैं, जिन्हें रास्ते की खबर नहीं वो मंजिल की बात करते हैं। ये साडे सामने बड़ी प्रस्ता है कि जिहड़े महापुरखों ने सारी उम्र बुत परस्ती का विरोध किया,
ਔਰ ਆਪਣੇ ਜੀਵਨ ਦਾ ਅੰਤ ਤਾਂ ਕਰਵਾ ਲਿਆ, ਪਰ ਉਹਨਾਂ ਨੇ ਆਪਣੀ ਵਿਚਾਰਧਾਰਾ ਜਿਹੜੀ ਮਾਨਵਵਾਦੀ ਸੀ ਜਾਂ ਇੱਕ ਈਸ਼ਵਰਵਾਦ ਦੀ ਜਿਹੜੀ ਵਿਚਾਰਧਾਰਾ ਸੀ ਉਸ ਤੇ ਆਂਚ ਨਹੀਂ ਆਉਣ ਦਿੱਤੀ। ਪਰ ਸੱਚ ਜਾਣਿਓ, ਅਸੀਂ ਉਸ ਬੁੱਤ ਪ੍ਰਸਤੀ ਦੇ ਖਿਲਾਫ ਲੜਨ ਵਾਲੇ ਮਹਾਂਪੁਰਸ਼ਾਂ ਦੇ ਵੀ ਬੁੱਤ ਬਣਾ ਦਿੱਤੇ। ਜ਼ਫਰਨਾਮੇ 'ਚ ਕਲਗੀਧਰ ਪਾਤਸ਼ਾਹ ਇੱਕ ਬੜੀ ਪਿਆਰੀ ਗੱਲ ਕਹਿੰਦੇ ਨੇ ਔਰੰਗਜ਼ੇਬ, ਮੈਂ ਲੜਨਾ ਨਹੀਂ ਸੀ ਚਾਹੁੰਦਾ, ਮੇਰਾ ਨਿਸ਼ਾਨਾ ਲੜਨਾ ਨਹੀਂ ਸੀ, ਕਿਉਂਕਿ ਉਹਨਾਂ ਦਾ ਨਿਸ਼ਾਨਾ ਤਾਂ ਸਾਨੂੰ ਪਤਾ ਹੀ ਹੈ, ਸਾਚ ਕਹੂੰ ਸੁਨ ਲਿਓ ਸਭੈ ਚਿਨ ਪ੍ਰੇਮ ਕੀਓ। ਕਹਿੰਦੇ ਮੈਂ ਲੜਨਾ ਨਹੀਂ ਸੀ ਚਾਹੁੰਦਾ, ਪਰ ਬਾ ਲਾਚਾਰਗੀ ਦਰਮਿਆ ਆਮਦਮ ਬਾ ਤਦਬੀਰ ਤੀਰੋ ਤਫੰਗ ਆਮਦਮ। ਤੂੰ ਲੋਕਾਂ ਤੇ ਜ਼ੁਲਮ ਇੰਨੇ ਕੀਤੇ, ਤੂੰ ਧਰਮ ਦੇ ਨਾਂ ਦੇ ਉੱਪਰ ਇੰਨੇ ਜ਼ੁਲਮ ਕੀਤੇ, ਇੰਨੇ ਕਹਿਰ ਕਮਾਏ ਕਿ ਮਜਬੂਰੀ ਦੇ ਵਿੱਚ ਮੈਨੂੰ ਮੈਦਾਨੇ ਜੰਗ ਦੇ ਵਿੱਚ ਤਲਵਾਰ ਚੁੱਕਣੀ ਪਈ। ਕਿਉਂ? ਚੁੰਕਾਰ ਅਜਾਮਾ ਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰੇ ਦਸਤ। ਜਦੋਂ ਸਾਰੇ ਹੀਲੇ ਵਸੀਲੇ ਧਿਰ ਅਪਾਟੂ ਰੀਡਰੈਸਿੰਗ ਏ ਰੋਂਗ, ਜਦੋਂ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਦੇ ਸਾਰੇ ਵਸੀਲੇ ਖਤਮ ਹੋ ਜਾਂਦੇ ਨੇ, ਫਿਰ ਤਲਵਾਰ ਦੀ ਵਰਤੋਂ ਜਾਇਜ਼ ਹੈ। ਪਰ ਮੈਂ ਤੈਨੂੰ ਇੱਕ ਗੱਲ ਦੱਸਾਂ, ਮੈਂ ਬ੍ਰਾਹਮਣ ਆਦਿ ਪਹਾੜੀ ਰਾਜਿਆਂ ਦੇ ਨਾਲ ਕਿਉਂ ਟੱਕਰ ਲਈ? ਮਨਮ ਕੁਸ਼ਤਨਮ ਕੋਹਿਆਂ ਪੁਰਫਿਤਨ ਕੇ ਊਂ ਬੁੱਤ ਪਰਸਤਨ ਮਨਨ ਬੁੱਤ ਸ਼ਿਕਨ। ਕਿਉਂਕਿ ਵਿਚਾਰਧਾਰਾ ਦਾ ਅੰਤਰ ਸੀ। ਉਹ ਬੁੱਤ ਪ੍ਰਸਤ ਸੀ, ਮੈਂ ਬੁੱਤ ਸ਼ਿਕਨ ਸੀ। ਉਹ ਬੁੱਤਾਂ ਨੂੰ ਮੰਨਣ ਵਾਲੇ, ਮੈਂ ਬੁੱਤਾਂ ਨੂੰ ਤੋੜਨ ਵਾਲਾ। ਬਿਲਕੁਲ ਇਹੀ ਵਿਚਾਰਧਾਰਾ ਭਗਤ ਰਵਿਦਾਸ ਜੀ ਦੀ ਹੈ। ਉਹ ਬੁੱਤ ਪੂਜਾ ਦਾ ਖੰਡਨ ਕਰਦੇ ਨੇ, ਅੱਜ ਅਸੀਂ ਉਹਨਾਂ ਦੇ ਬੁੱਤ ਬਣਾ ਦਿੱਤੇ ਨੇ। ਬੁੱਤ ਪ੍ਰਸਤੀ ਸੇ ਕੀ ਤੌਬਾ ਮਗਰ ਅਬ ਜੇ ਹਾਲ ਹੈ, ਸਰ ਪਟਕਨੇ ਕੇ लिए रहता है पत्थर सामने। ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਇੱਕ ਈਸ਼ਵਰਵਾਦ ਦੀ ਗੱਲ ਕਰਕੇ ਬੁੱਤ ਪ੍ਰਸਤੀ ਤੋਂ ਲੋਕਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਉਹਨਾਂ ਦੇ ਬੁੱਤ ਬਣਾ ਕੇ ਉਹਨਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਖੈਰ, ਹੁਣ ਸਾਮੰਤ ਤੇ ਬ੍ਰਾਹਮਣ ਇਕੱਠੇ ਨੇ। ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਕੱਲੀ ਸਟੇਟ ਤੇ ਕੱਲਾ ਬ੍ਰਾਹਮਣ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਖਿਲਾਫ ਜ਼ਰੂਰ ਹੈ, ਪਰ ਨੁਕਸਾਨ ਨਹੀਂ ਕਰ ਸਕਿਆ। ਸਭ ਤੋਂ ਪਹਿਲਾ ਹਮਲਾ ਜਿਸ ਦਾ ਜ਼ਿਕਰ ਕੁਲੀਰ ਸਾਹਿਬ ਨੇ ਆਪਣੀ ਕਿਤਾਬ 'ਚ ਕੀਤਾ ਹੈ, ਕਹਿੰਦਾ ਰਵਿਦਾਸ ਜੀ ਤੇ ਪਹਿਲਾ ਹਮਲਾ ਕੁੰਭ ਸ਼ਿਆਮ ਮੰਦਿਰ ਦੇ ਵਿੱਚ ਹੋਇਆ। ਬ੍ਰਾਹਮਣ ਆਰਤੀ ਕਰ ਰਿਹਾ ਸੀ, ਰਵਿਦਾਸ ਜੀ ਨੇ ਆਰਤੀ ਦਾ ਇੱਕ ਵੱਖਰਾ ਰੂਪ ਸਾਹਮਣੇ ਪੇਸ਼ ਕੀਤਾ। ਮਾਫ ਕਰਨਾ, ਅੱਜ ਜਿਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਗਨਨਾਥ ਦੇ ਮੰਦਿਰ ਦੇ ਵਿੱਚ ਆਰਤੀ ਦਾ ਖੰਡਨ ਕੀਤਾ ਸੀ ਨਾ, ਤੇ ਅਸੀਂ ਰੋਜ਼ ਕੀਰਤਨ ਸੋਲੇ 'ਚ ਪੜ੍ਹਦੇ ਵੀ ਹਾਂ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ। ਅਜੀਬ ਗੱਲ ਹੈ ਕਿ ਇਸੇ ਸ਼ਬਦ ਨੂੰ ਪੜ੍ਹ ਕੇ ਅੱਜ ਅਸੀਂ ਦੀਵੇ ਜਗਾ ਕੇ ਆਰਤੀ ਕਰਦੇ ਹਾਂ। ਜਿਸ ਚੀਜ਼ ਦਾ ਖੰਡਨ ਕੀਤਾ ਸੀ ਉਹੀ ਕੀਤਾ ਜਾ ਰਿਹਾ ਹੈ। ਬਿਲਕੁਲ ਉਸੇ ਤਰ੍ਹਾਂ ਭਗਤ ਰਵਿਦਾਸ ਜੀ ਬ੍ਰਾਹਮਣਵਾਦ ਦੇ ਉਸ ਸਾਹਮਣੇ ਕਹਿੰਦੇ ਪੰਡਿਤ, ਤੂੰ ਇਸ ਮੂਰਤੀ ਦੇ ਅੱਗੇ ਦੀਵੇ ਜਗਾ ਕੇ ਆਰਤੀ ਕਰਨ ਦਾ ਪਖੰਡ ਕਰ ਰਿਹਾ ਹੈ, ਪਰ ਮੈਂ ਤੈਨੂੰ ਕਹਿਣਾ ਹੈ ਕਿ ਜੇਕਰ ਤੇਰੇ ਮਨ ਦੇ ਵਿੱਚ ਹਨੇਰਾ ਹੈ ਤੇ ਬਾਹਰ ਦੀਵੇ ਜਗਾਉਣ ਦਾ ਕੋਈ ਲਾਭ ਨਹੀਂ। ਉਹਨਾਂ ਦੀ ਬਾਣੀ ਦਾ ਬੜਾ ਪਿਆਰਾ ਸ਼ਬਦ ਹੈ, ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰਾ ਸਗਲ ਭਵਨਾਰੇ। ਕਹਿੰਦੇ ਬ੍ਰਾਹਮਣ, ਮੈਂ ਤੇ ਨਾਮ ਦੀ ਜੋਤ ਲਗਾਈ ਹੈ, ਮੈਂ ਤੇ ਨਾਮ ਦੀ ਜੋਤ ਨੂੰ ਆਪਣੇ ਅੰਦਰ ਪ੍ਰਜਵਲਿਤ ਕੀਤਾ ਹੈ, ਔਰ ਉਹਦੇ ਨਾਲ ਮੇਰੇ ਮਨ ਦੇ ਅੰਦਰ ਪ੍ਰਕਾਸ਼ ਹੋ ਗਿਆ, ਜਿਸ ਪ੍ਰਕਾਸ਼ ਦੇ ਸਦਕਾ ਮੈਂ ਲੋਕਾਂ ਦੇ ਵਿੱਚ ਗਿਆਨ ਦਾ ਚਾਨਣ ਫੈਲਾ ਸਕਦਾ ਹਾਂ। ਮਾਫ ਕਰਨਾ, ਤੂੰ ਇੰਨੇ ਚਿਰ ਦੇ ਦੀਵੇ ਜਗਾ ਕੇ ਇਸ ਕਮਰੇ 'ਚ ਪ੍ਰਕਾਸ਼ ਤੇ ਕਰ ਰਿਹਾ, ਪਰ ਲੋਕਾਂ ਦੇ ਵਿੱਚ ਹਨੇਰਾ ਫੈਲਾ ਰਿਹਾ। ਇਤਿਹਾਸਕ ਸਰੋਤ ਜਿਹੜੇ ਮੈਂ ਕੁਲੀਰ ਸਾਹਿਬ ਦੇ ਦੱਸੇ ਨੇ, ਉਹਨਾਂ ਦਾ ਖੋਜ ਪੱਤਰ ਕਹਿੰਦਾ ਕਿ ਉਸ ਦਿਨ ਰਵਿਦਾਸ ਜੀ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ। ਉਹ ਤੇ ਕਹਿੰਦਾ ਕਿ ਉਹਨਾਂ ਨੂੰ ਉੱਥੇ ਹੀ ਅਕਾਲ ਚਲਾਣਾ ਕਰ ਗਏ, ਪਰ ਜਿਹੜੇ 6 ਹੋਰ ਵਿਦਵਾਨ ਨੇ ਉਹ ਕਹਿੰਦੇ ਨੇ ਕਿ ਉੱਥੇ ਹਮਲਾ ਜ਼ਰੂਰ ਕੀਤਾ ਗਿਆ, ਪਰ ਉਹਨਾਂ ਦੀ ਜਾਨ ਬਚ ਗਈ। ਦੂਸਰੀ ਵਾਰੀ ਹੁਣ ਸਾਮੰਤ ਔਰ ਬ੍ਰਾਹਮਣ ਉਹਨਾਂ ਨੂੰ ਤਲਬ ਕਰਦੇ ਨੇ, ਚਿਤੌੜ ਕਰਦੇ ਰਾਜੇ ਦੇ ਦਰਬਾਰ ਦੇ ਵਿੱਚ। ਉਹਨਾਂ ਦੇ ਉੱਪਰ ਉਹੀ ਦੋਸ਼ ਆਇਦ ਕੀਤੇ ਗਏ ਕਿ ਜਿਹੜਾ ਨੀਵੀਂ ਜਾਤੀ ਦਾ ਹੈ ਉਹ ਦੀਖਿਆ ਨਹੀਂ ਲੈ ਸਕਦਾ, ਨੀਵੀਂ ਜਾਤੀ ਦਾ ਉੱਚ ਜਾਤੀ ਨੂੰ ਦੀਖਿਆ ਦੇ ਨਹੀਂ ਸਕਦਾ। ਜੇ ਕਿਤੇ ਤੁਸੀਂ ਮਨੂ ਸਿਮਰਤੀ ਨੂੰ ਪੜ੍ਹੋ, ਉਹਦੇ 'ਚ 2 ਗੱਲਾਂ ਬੜੀਆਂ ਸਪਸ਼ਟ ਨੇ ਕਿ ਜੇ ਨੀਵੀਂ ਜਾਤੀ ਦਾ ਮਨੁੱਖ ਧਰਮ ਦੇ ਮਾਰਗ ਤੇ ਚੱਲ ਪਵੇ ਤੇ ਉਹ ਧਰਮ ਦਾ ਨੁਕਸਾਨ ਕਰਦਾ ਹੈ। ਦੂਸਰੀ ਗੱਲ ਮਨੂ ਸਿਮਰਤੀ ਕਹਿੰਦੀ ਹੈ ਕਿ ਜੇ ਰਾਜਾ ਸਿਆਣਾ ਹੋਵੇ ਤਾਂ ਉਹਨੂੰ ਨੀਵੀਂ ਜਾਤੀ 'ਚ ਧਰਮ ਦੀ ਗੱਲ ਕਰਨ ਵਾਲੇ ਮਨੁੱਖ ਨੂੰ ਉਸੇ ਸਮੇਂ ਹੀ ਯੋਗ ਸਜ਼ਾ ਦੇਣੀ ਚਾਹੀਦੀ ਹੈ। ਅੱਜ ਵੀ ਜਦੋਂ ਤੁਸੀਂ ਕਿਸੇ ਕੇਸ ਨੂੰ ਅਦਾਲਤ ਦੇ ਵਿੱਚ ਲੈ ਕੇ ਜਾਂਦੇ ਤੇ ਵਕੀਲ ਕੇਵਲ ਤੁਹਾਡੇ ਕੇਸ ਦੀ ਜਦੋਂ ਬਹਿਸ ਕਰਦਾ ਹੈ, ਉਹ ਕੇਵਲ ਤੇ ਕੇਵਲ ਤੁਹਾਡੇ ਕੇਸ ਦੀ ਗੱਲ ਨਹੀਂ ਕਰਦਾ, ਉਹ ਉਸ ਦਾ ਆਧਾਰ ਬਣਾਉਣ ਦੇ ਵਾਸਤੇ ਕੁਝ ਹੋਰ ਉਸੇ ਹੀ ਧਾਰਾ ਦੇ ਅਧੀਨ ਹੋਈਆਂ ਸਜ਼ਾ ਜਾਂ ਪਹਿਲਾਂ ਪੜਤਾਲ ਕੀਤੇ ਗਏ ਕੇਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਹਵਾਲੇ ਵਜੋਂ ਨਾਲ ਲਾਉਂਦਾ ਹੈ। ਹੁਣ ਉਸ ਵੇਲੇ ਬ੍ਰਾਹਮਣਵਾਦ ਦੇ ਕੋਲ ਹਵਾਲਾ ਹੈ,
ਉਹ ਕਹਿੰਦੇ ਨੇ ਰਾਜਨ ਰਵਿਦਾਸ ਨੀਵੀਂ ਜਾਤੀ ਦਾ ਨੀਵੀਂ ਜਾਤੀ ਦਾ ਹੋ ਕੇ ਇੱਕ ਤਾਂ ਇਹ ਧਰਮ ਦੇ ਮਾਰਗ ਤੇ ਚੱਲ ਪਿਆ ਔਰ ਦੂਸਰਾ ਉੱਚ ਜਾਤੀ ਨੂੰ ਇਸਨੇ ਗੁਰੂ ਦੀਖਿਆ ਦੇ ਕੇ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਤੇ ਰਾਜਨ ਤੇਰੇ ਸਾਹਮਣੇ ਸਬੂਤ ਨੇ ਕੁਝ ਕੇਸਾਂ ਦੇ ਕਿ ਯੁਧਿਸ਼ਟਰ ਦੇ ਰਾਜ ਦੇ ਵਿੱਚ ਇੱਕ ਚਾਰਵਾਕ ਆ ਕੇ ਉਹਦੇ ਧਰਮ ਦੇ ਖਿਲਾਫ ਗੱਲ ਕਰਦਾ ਹੈ ਤੇ ਉਸ ਨੂੰ ਜਿੰਦਾ ਜਲਾ ਦਿੱਤਾ ਗਿਆ ਸੀ। ਰਾਜਨ ਵਾਲਮੀਕ ਰਾਮਾਇਣ ਨੂੰ ਪੜ੍ਹ ਕੇ ਵੇਖ, ਜਿਸ ਵੇਲੇ ਭਗਵਾਨ ਰਾਮ ਦਾ ਦਰਬਾਰ ਲੱਗਾ ਹੋਇਆ ਸੀ, ਇੱਕ ਬ੍ਰਾਹਮਣ ਆਪਣੇ ਬੱਚੇ ਨੂੰ ਲੈ ਕੇ ਆਇਆ, ਮਰਿਆ ਹੋਇਆ ਬੱਚਾ ਸੀ ਤੇ ਕਹਿੰਦਾ ਰਾਮ ਤੂੰ ਤੇ ਕਿਹਾ ਸੀ ਕਿ ਜਿੰਨਾ ਚਿਰ ਤੱਕ ਮੈਂ ਰਾਜ ਕਰਾਂਗਾ ਉਹਨਾਂ ਚਿਰ ਤੱਕ ਮੇਰੇ ਰਾਜ ਦੇ ਵਿੱਚ ਮਾਂ-ਬਾਪ ਦੇ ਹੁੰਦਿਆਂ ਕਿਸੇ ਬੱਚੇ ਦੀ ਮੌਤ ਨਹੀਂ ਹੋਵੇਗੀ, ਇਹ ਮੌਤ ਕਿਉਂ ਹੋਈ ਹੈ? ਰਾਮ ਨੇ ਆਪਣੇ ਕੁਲ ਗੁਰੂ ਵਸ਼ਿਸ਼ਟ ਨੂੰ ਪੁੱਛਿਆ ਮੌਤ ਕਿਉਂ ਹੋਈ ਹੈ? ਵਸ਼ਿਸ਼ਟ ਨੇ ਇੱਕ ਬਹਾਨਾ ਬਣਾ ਕੇ ਜਵਾਬ ਦਿੱਤਾ, ਰਾਜਾ ਵੈਸੇ ਤਾਂ ਇਹ ਮੌਤ ਨਹੀਂ ਹੋ ਸਕਦੀ ਤੇਰੇ ਰਾਜ ਦੇ ਵਿੱਚ, ਮੈਂ ਤੈਨੂੰ ਵਰ ਦਿੱਤਾ, ਮੈਂ ਤੇਰਾ ਕੁਲ ਗੁਰੂ ਹਾਂ, ਪਰ ਤੇਰੇ ਰਾਜ ਦੇ ਵਿੱਚ ਇੱਕ ਅਨਰਥ ਜ਼ਰੂਰ ਹੋ ਰਿਹਾ ਹੈ ਕਿ ਕਿਤੇ ਨਾ ਕਿਤੇ ਕੋਈ ਦਲਿਤ ਭਗਤੀ ਕਰ ਰਿਹਾ। ਹੁਣ ਖਿਆਲ ਕਰਿਓ, ਉਸ ਨੂੰ ਪਤਾ ਸੀ ਵਸ਼ਿਸ਼ਟ ਨੂੰ ਕਿ ਦਲਿਤ ਭਗਤੀ ਦੇ ਮਾਰਗ ਦੇ ਉੱਪਰ ਤੁਰਿਆ ਹੋਇਆ। ਰਾਮ ਜੰਗਲ ਦੇ ਵਿੱਚ ਗਿਆ, ਸ਼ੰਭੂਕ ਇੱਕ ਖੂਹ ਦੇ ਕੰਢੇ ਤੇ ਬੈਠਾ ਭਗਤੀ ਕਰ ਰਿਹਾ ਸੀ। ਰਾਮ ਦੇ ਨਾਲ ਉਸ ਦੀ ਕੁਝ ਚਰਚਾ ਹੋਈ ਹੈ। ਉਸਨੇ ਕਿਹਾ ਤੂੰ ਕੀ ਕਰ ਰਿਹਾ ਹੈ? ਕਹਿੰਦਾ ਭਗਤੀ। ਕਹਿੰਦਾ ਤੈਨੂੰ ਇਹ ਪਤਾ ਕਿ ਤੂੰ ਦਲਿਤ ਹੈ, ਤੇਰਾ ਭਗਤੀ ਤੇ ਅਧਿਕਾਰ ਨਹੀਂ। ਅੱਗੋਂ ਸ਼ੰਭੂਕ ਕਹਿੰਦਾ ਕਿ ਪਰਮਾਤਮਾ ਕਿਸੇ ਦਾ ਰਾਖਵਾ ਨਹੀਂ, ਜੇ ਅਧਿਕਾਰ ਰਾਮ ਤੇਰਾ ਹੈ ਤੇ ਅਧਿਕਾਰ ਮੇਰਾ ਵੀ ਹੈ। ਜੇ ਭਗਤੀ ਤੂੰ ਕਰ ਸਕਦਾ ਹੈ, ਭਗਤੀ ਮੈਂ ਵੀ ਕਰ ਸਕਦਾ ਹੈ। ਵਾਲਮੀਕੀ ਰਾਮਾਇਣ ਦੇ ਵਿੱਚ ਮਹਾਰਿਸ਼ੀ ਵਾਲਮੀਕ ਨੇ ਇਹਨਾਂ ਦੋਹਾਂ ਦੀ ਵਾਰਤਾਲਾਪ ਨੂੰ ਬੜਾ ਲੰਬਾ ਸਿਰਜਿਆ। ਅਖੀਰ ਰਾਮ ਤੈਸ਼ ਦੇ ਵਿੱਚ ਆ ਕੇ ਉਸ ਦਾ ਸਿਰ ਵੱਢ ਦਿੰਦਾ ਹੈ। ਗੁਨਾਹ ਕੇਵਲ ਇੰਨਾ ਹੈ ਕਿ ਉਹ ਦਲਿਤ ਹੋ ਕੇ ਪਰਮਾਤਮਾ ਦੀ ਭਗਤੀ ਕਰ ਰਿਹਾ। ਉਸ ਰਾਤ ਰਾਮ ਮਹਾਰਿਸ਼ੀ ਅਗਸਤ ਦੇ ਆਸ਼ਰਮ ਦੇ ਵਿੱਚ ਰਹਿੰਦਾ ਹੈ ਤੇ ਉੱਥੇ ਜਸ਼ਨ ਮਨਾਇਆ ਜਾਂਦਾ ਹੈ ਇਸ ਗੱਲ ਦਾ ਕਿ ਦਲਿਤ ਭਗਤੀ ਕਰ ਰਿਹਾ ਸੀ, ਅਸੀਂ ਖਤਮ ਕਰ ਦਿੱਤਾ। ਇਹੋ ਹਵਾਲੇ ਦੇ ਕੇ ਚਿਤੌੜਗੜ੍ਹ ਦੇ ਰਾਜੇ ਦੇ ਦਰਬਾਰ ਵਿੱਚ ਬ੍ਰਾਹਮਣ ਕਹਿੰਦਾ ਹੈ ਕਿ ਰਾਜਨ ਸਾਡੀ ਤਾਂ ਕੁੱਲ ਪਰੰਪਰਾ ਕਹਿੰਦੀ ਹੈ ਕਿ ਦਲਿਤ ਨੂੰ ਭਗਤੀ ਕਰਨ ਦਾ ਕੋਈ ਅਧਿਕਾਰ ਨਹੀਂ। ਜੇਕਰ ਦਲਿਤ ਕੇਵਲ ਭਗਤੀ ਕਰਦਾ ਹੈ ਤੇ ਉਸ ਨੂੰ ਭਗਵਾਨ ਰਾਮ ਖੁਦ ਕਤਲ ਕਰਦੇ ਨੇ, ਯੁਧਿਸ਼ਟਰ ਸਜ਼ਾ ਦਿੰਦਾ ਹੈ, ਤੇ ਸਾਡੀ ਤੇ ਕੁੱਲ ਪਰੰਪਰਾ ਕਹਿੰਦੀ ਹੈ ਕਿ ਦਲਿਤ ਨੂੰ ਭਗਤੀ ਕਰਨ ਦਾ ਅਧਿਕਾਰ ਨਹੀਂ। ਇੱਥੇ ਭਗਤੀ ਦੀ ਤਾਂ ਗੱਲ ਛੱਡ, ਦਲਿਤ ਨੇ ਰਾਜ ਦਰਬਾਰ ਦੀਆਂ ਲੜਕੀਆਂ ਨੂੰ ਦੀਖਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਇਹ ਤੇ ਗੁਨਾਹ ਹੋਰ ਵੀ ਵੱਡਾ। ਦੂਸਰਾ ਇਲਜ਼ਾਮ ਲਗਾਇਆ ਗਿਆ ਭਗਤ ਰਵਿਦਾਸ ਜੀ ਜਨੇਊ ਦੇ ਖਿਲਾਫ ਨੇ। ਤੀਸਰਾ ਬੁੱਤ ਪ੍ਰਸਤੀ ਦਾ। ਇਹ ਸਾਰੇ ਇਲਜ਼ਾਮ ਲਗਾ ਕੇ ਭਗਤ ਰਵਿਦਾਸ ਜੀ ਨੂੰ ਉੱਥੇ ਬੁਲਾਇਆ ਗਿਆ। ਪਹਿਲੀ ਚਰਚਾ ਇਹਨਾਂ ਇਤਿਹਾਸਕਾਰਾਂ ਦੇ ਮੁਤਾਬਕ, ਕਿਸੇ ਵੀਰ ਨੇ ਵੀ ਇਹਨਾਂ ਕਿਤਾਬਾਂ ਦੇ ਹਵਾਲਿਆਂ ਦੀ ਕਾਪੀ ਲੈਣੀ ਹੋਵੇ ਮੇਰੇ ਮੋਬਾਈਲ ਦੇ ਵਿੱਚ ਨੇ, ਮੈਂ ਤੁਹਾਨੂੰ WhatsApp ਭੇਜ ਦੂੰਗਾ। ਪਹਿਲੀ ਚਰਚਾ ਚੱਲੀ ਕਿ ਤੁਸੀਂ ਜਨੇਊ ਦਾ ਖੰਡਨ ਕਰਦੇ ਹੋ, ਤੇ ਭਗਤ ਰਵਿਦਾਸ ਜੀ ਦਾ ਜਿਹੜਾ ਜਵਾਬ ਸੀ ਨਾ, ਉਹ ਬਿਲਕੁਲ ਉਹੀ ਸੀਗਾ ਜਿਹੜਾ ਅਸੀਂ ਆਸਾ ਦੀ ਵਾਰ 'ਚ ਗੁਰੂ ਨਾਨਕ ਸਾਹਿਬ ਦਾ ਪੜ੍ਹਦੇ ਹਾਂ ਕਿ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪੰਡੇ ਕਤ, ਨਾ ਇਹ ਟੁੱਟੇ ਨਾ ਮਲ ਲਾਗੇ, ਨਾ ਇਹ ਜਲੇ ਨਾ ਜਾਏ।